ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਕਰਨ ਜਾ ਰਹੇ ਹਾਂ ਨਾਨਕ ਸਿੰਘ ਦਾ ਨਾਵਲ ਪਵਿੱਤਰ ਪਾਪੀ। ਆਸ ਕਰਦੀ ਤੁਹਾਨੂੰ ਬਹੁਤ ਪਸੰਦ ਆਏਗਾ। ਚਲੋ ਆਰੰਭ ਕਰਦੇ ਹਾਂ ਨਾਵਲ ਦੀ। ਸੁੱਖ ਤੇ ਹੈ? ਪਤੀ ਦੇ ਉਦਾਸ ਚਿਹਰੇ ਵੱਲ ਤੱਕਦੇ ਮਾਇਆ ਨੇ ਪ੍ਰਸ਼ਨ ਕੀਤਾ। ਕੁਝ ਨਹੀਂ ਕਹਿ ਕੇ ਤੇ ਉਹ ਬਿਨਾਂ ਉਸ ਵੱਲ ਤੱਕਿਆ ਪੰਨਾ ਲਾਲ ਅੰਦਰ ਲੰਘ ਗਿਆ। ਪਰ ਇਸ ਕੁਝ ਨਹੀਂ ਵਿੱਚ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜਾ ਕੁਝ ਇਸ ਵਿੱਚ ਲੁਕਿਆ ਹੋਇਆ ਹੈ। ਉਹ ਛੋਟੇ ਇੰਦਰ ਕੁਮਾਰ ਨੂੰ ਕੁੱਛੜੋਂ ਉਤਾਰ ਕੇ ਬੀਣਾ ਨੂੰ ਫੜਾਉਂਦੀ ਹੋਈ ਪਤੀ ਦੇ ਮਗਰੇ ਅੰਦਰ ਜਾ ਪਹੁੰਚੀ। ਗਲੀ ਦੇ ਸਿਰੇ ਤੋਂ ਕਈ 4-5 ਘਰ ਛੱਡ ਕੇ ਇੱਕ ਨੀਵੇਂ ਜਿਹੇ ਮਕਾਨ ਦੀ ਛੱਤ ਹੇਠ ਇਹ ਟੱਬਰ ਆਪਣੇ ਗ੍ਰਹਿਸਤ ਦੇ ਬੋਝਲ ਗੱਡੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੱਕਾ ਦੇਣ ਲਈ ਅਨੇਕਾਂ ਮਾਨਸਿਕ ਪੀੜਾ ਦਾ ਟਾਕਰਾ ਕਰ ਰਿਹਾ ਸੀ। ਪੰਨਾ ਲਾਲ ਦੀ ਹਾਲਤ ਇਸ ਵੇਲੇ ਉਸ ਪੰਛੀ ਵਰਗੀ ਸੀ ਜਿਹੜਾ ਆਕਾਸ਼ ਵਿੱਚ ਉਡਾਰੀਆਂ ਲਾਂਦਾ ਹੋਇਆ ਖੰਭਾਂ ਵਿੱਚ ਬੰਦੂਕ ਦਾ ਸ਼ਰਾ ਲੱਗਣ ਕਰਕੇ ਭੁੰਜੇ ਡਿੱਗ ਕੇ ਫੜਫੜਾਉਣ ਲੱਗ ਪੈਂਦਾ ਹੈ। ਉਸਨੇ ਬੜੇ ਚੰਗੇ ਦਿਨ ਵੇਖੇ ਸਨ। ਕਦੇ ਉਸਦੀ ਗੁੱਡੀ ਸਿਖਰ 'ਤੇ ਚੜ੍ਹੀ ਹੋਈ ਸੀ, ਪਰ ਕਾਰ ਵਿਹਾਰ ਵਿੱਚ ਘਾਟਾ ਪੈਣ ਕਰਕੇ ਉਹ ਅਤਿ ਗਰੀਬੀ ਦੇ ਦਿਨ ਬਿਤਾ ਰਿਹਾ। ਜਿਸ ਪਾਸ 50 ਦੇ 60 ਰੁਪਏ ਮਹੀਨੇ ਦੇ ਕਈ ਮੁਨਸ਼ੀ ਰਹਿੰਦੇ ਹੁੰਦੇ ਸਨ, ਅੱਜ ਉਹੀ ਪੰਨਾ ਲਾਲ ਆਪਣੇ 35 ਰੁਪਏ ਮਹੀਨੇ ਤੇ ਦੁਕਾਨ ਦੀ ਨੌਕਰੀ ਕਰ ਰਿਹਾ ਹੈ। ਦੌਲਤ ਸੱਚਮੁੱਚ ਢਲ ਦਾ ਪਰਛਾਵਾਂ ਹੈ। ਇਹ ਨਾ ਆਉਂਦੀ ਚਿਰ ਲਾਉਂਦੀ ਹੈ ਨਾ ਜਾਂਦੀ। ਇਹ ਵੀ ਪੰਨਾ ਲਾਲ ਦੀ ਇੱਕ ਸਿਆਣਪ ਕਰਕੇ ਬਚਿਆ ਰਿਹਾ ਸੀ। ਜਿੰਨੀ ਦਿਨੀ ਘਾਟੇ ਦੇ ਹੜ੍ਹ ਵਿੱਚ ਉਸਦਾ ਸਭ ਕੁਝ ਰੁੜਦਾ ਜਾ ਰਿਹਾ ਸੀ, ਉਸਨੇ ਇਹ ਮਕਾਨ ਮਾਇਆ ਦੇ ਨਾਂ ਰਜਿਸਟਰੀ ਕਰਵਾ ਦਿੱਤਾ ਸੀ। ਬਦ ਦਿਆਨਤੀ ਦੇ ਖਿਆਲ ਨਾਲ ਨਹੀਂ, ਸਗੋਂ ਇਹ ਸੋਚ ਕੇ ਕਿ ਹੋਰ ਜੇ ਕੁਝ ਵੀ ਨਾ ਰਿਹਾ ਤਾਂ ਘੱਟੋ ਘੱਟ ਸਿਰ ਲੁਕਾਉਣ ਨੂੰ ਇੱਕ ਛੱਤ ਤਾਂ ਹੋਵੇਗੀ। ਮੁਸੀਬਤ ਜੇ ਇਕੱਲੀ ਆਏ ਤਾਂ ਮੁਸੀਬਤ ਹੀ ਕੀ ਹੋਈ, ਇਸ ਤੋਂ ਬਾਅਦ ਦੂਜੀ ਤੇ ਦੂਜੀ ਤੋਂ ਬਾਅਦ ਤੀਜੀ। ਇਸੇ ਤਰ੍ਹਾਂ ਦੀਆਂ ਅਨੇਕਾਂ ਸੱਟਾਂ ਸਹਿ ਕੇ ਪੰਨਾ ਲਾਲ ਜੇ ਮੁੱਕਿਆ ਨਹੀਂ ਤਾਂ ਮੁੱਕਣ ਵਾਲਾ ਜ਼ਰੂਰ ਹੋ ਗਿਆ ਹੈ। ਉਸਦਾ ਭਾਰਾ ਗੋਰਾ ਸਰੀਰ ਇਸ ਵੇਲੇ ਇਤਨਾ ਨਿੱਘਰ ਗਿਆ ਜਿਵੇਂ ਖਾਧਾ ਪੀਤਾ ਉਸਨੂੰ ਲੱਗਦਾ ਹੀ ਨਹੀਂ। ਇੱਕ ਦਿਨ ਇੱਕ ਰਾਤ ਦੀ ਚਿੰਤਾ ਨੇ ਉਸਦਾ ਸਾਰਾ ਲਹੂ ਤੁਪਕਾ ਕਰਕੇ ਚੂਸ ਲਿਆ। ਚੇਤਰ ਦੀ ਮਿੱਠੀ ਰੁੱਤ ਸੀ ਤੇ ਸੰਧਿਆ ਦਾ ਵੇਲਾ ਸੀ ਜਦ ਇਹ ਪਤੀ ਪਤਨੀ ਨਿਰਾਸਤਾ ਦੀ ਮੂਰਤ ਬਣੇ ਹੋਏ ਇੱਕ ਦੂਜੇ ਦੇ ਮੂੰਹ ਵੱਲ ਤੱਕ ਰਹੇ ਸਨ। ਪਤੀ ਦਾ ਜਦ ਇਹ ਹਾਲ ਹੈ, ਪਤਨੀ ਕੀ ਸੁਖੀ ਹੋਵੇਗੀ? ਸ਼ਾਇਦ ਪਤੀ ਨਾਲੋਂ ਵੀ ਬਹੁਤ ਦੁਖੀ। ਪਰ ਪੰਨਾ ਲਾਲ ਤੇ ਮਾਇਆ ਵਿੱਚ ਇੱਕ ਫਰਕ ਜ਼ਰੂਰ ਹੈ। ਉਹ ਜਨਾਨੀ ਹੁੰਦੀ ਹੋਈ ਵੀ ਆਪਣੇ ਸੀਨੇ ਵਿੱਚ ਮਰਦਾਂ ਵਾਲਾ ਦਿਲ ਰੱਖਦੀ ਹੈ। ਤਾਂ ਤੁਰ ਵੀ ਰਹਿੰਦੀ ਹੈ, ਦੁਖੀ ਵੀ, ਪਰ ਘਬਰਾਉਂਦੀ ਕਦੀ ਨਹੀਂ। ਜਦ ਵੀ ਪੰਨਾ ਲਾਲ ਢਹਿੰਦੀਆਂ ਕਲਾਂ ਵਿੱਚ ਜਾਣ ਲੱਗਦਾ ਤਾਂ ਮਾਇਆ ਉਹ ਕਹਿ ਕੇ ਉਸਦਾ ਧੀਰਜ ਬਣਾਉਂਦੀ ਹੈ। ਉਹ ਦਿਨ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ। ਮਾਇਆ ਦੀ ਉਮਰ ਉਸ ਵੇਲੇ 30 ਵਰ੍ਹਿਆਂ ਦੇ ਲਗਭਗ ਹੈ। ਆਪਣੇ ਪਤੀ ਨਾਲੋਂ 5-7 ਵਰ੍ਹੇ ਛੋਟੀ ਹੋਵੇਗੀ, ਪਰ ਸਧਾਰਨ ਨਜ਼ਰ ਨਾਲ ਵੇਖਿਆ ਦੋਹਾਂ ਦੀ ਉਮਰ ਵਿੱਚ ਦੂਣ ਦਾ ਫਰਕ ਜਾਪਦਾ ਹੈ। ਮਾਇਆ ਦੀ ਕਾਠੀ ਭਾਵੇਂ ਅੱਗੇ ਵਰਗੀ ਪੀੜੀ ਨਹੀਂ ਰਹੀ, ਫੇਰ ਵੀ ਉਸਨੂੰ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਚੁੱਕਾ ਹੈ। ਉਸ ਦੇ ਰੰਗ ਰੂਪ ਵਿੱਚ ਅਜੇ ਵੀ ਨਿਖਾਰ ਹੈ। ਗਰੀਬੀ ਦੀ ਹਾਲਤ ਵਿੱਚ ਉਸਨੇ ਆਪਣੀ ਸੁੰਦਰਤਾ ਨੂੰ ਨਸ਼ਟ ਨਹੀਂ ਹੋਣ ਦਿੱਤਾ। 4 ਸੰਤਾਨਾਂ ਦੀ ਮਾਂ ਹੁੰਦੀ ਹੋਈ ਵੀ ਉਹ ਆਪਣੀ ਉਮਰ ਦੀਆਂ ਤੀਵੀਆਂ ਨਾਲੋਂ ਨਿਰੋਈ ਜਾਪਦੀ ਹੈ। ਉਸਦੀ ਵੱਡੀ ਲੜਕੀ ਬੀਣਾ ਦੀ ਉਮਰ ਇਸ ਵੇਲੇ 15 ਵਰ੍ਹਿਆਂ ਦੀ ਹੈ। ਨਿੱਕੀ ਵਿਦਿਆ 12 ਸਾਲਾਂ ਦੀ। ਉਦੋਂ ਛੋਟੇ 2 ਮੁੰਡੇ ਹਨ।
ਪੰਨਾ ਲਾਲ ਦੇ ਸਾਹਮਣੇ ਜੇ ਸਿਰਫ ਗੁਜ਼ਾਰੇ ਦਾ ਹੀ ਸਵਾਲ ਹੁੰਦਾ ਤਾਂ ਸ਼ਾਇਦ ਉਹ ਇਤਨਾ ਅਧੀਰ ਨਾ ਹੁੰਦਾ। ਘਰ ਦਾ ਨਿਰਬਾਹ ਥੋੜ੍ਹਾ ਵਿੱਚ ਵੀ ਹੋ ਸਕਦਾ ਹੈ, ਬਹੁਤੇ ਵਿੱਚ ਵੀ। ਚੰਗਾ ਨਾ ਸਹੀ, ਮੰਦਾ ਸਹੀ। 35 ਰੁਪਇਆਂ ਵਿੱਚ 6 ਜੀਆਂ ਦਾ ਟੱਬਰ ਕਿਸੇ ਤਰ੍ਹਾਂ ਦਿਨ ਕਰ ਲੈਂਦਾ। ਪਰ 2 ਚੀਜ਼ਾਂ ਇਹੋ ਜਿਹੀਆਂ ਹਨ ਜਿਹੜੀਆਂ ਜੋਕਾਂ ਬਣ ਕੇ ਹਰ ਵੇਲੇ ਪੰਨਾ ਲਾਲ ਦਾ ਲਹੂ ਪੀਂਦੀਆਂ ਰਹਿੰਦੀਆਂ। ਤਾਂ ਕਾਰੋਬਾਰ ਵਿੱਚ ਘਾਟਾ ਪੈ ਜਾਣ ਕਰਕੇ ਨਾ ਕੇਵਲ ਉਸ ਦਾ 20-25 ਹਜ਼ਾਰ ਦਾ ਸਰਮਾਇਆ ਹੀ ਚਲਾ ਗਿਆ, ਬਲਕਿ ਉਲਟਾ ਕੁਝ ਕਰਜ਼ ਵੀ ਉਸ ਦੇ ਸਿਰ ਚੜ੍ਹ ਗਿਆ। ਬਚਾਓ ਇਤਨਾ ਹੀ ਕਿ ਸਭ ਕੁਝ ਦੇ ਦਿਵਾ ਕੇ ਪੰਨਾ ਲਾਲ ਨੇ ਕਿਸੇ ਤਰ੍ਹਾਂ ਇੱਜ਼ਤ ਰੱਖ ਲਈ। ਜੇਲ੍ਹ ਜਾਣੋਂ ਬਚ ਗਿਆ। ਮਾਇਆ ਦੇ ਦਿਲ ਦੀ ਦੋਹਰੀ ਸੱਟ ਨਾ ਵੱਜੇ, ਇਹ ਸੋਚ ਕੇ ਉਸਨੇ ਕਰਜ਼ੇ ਵਾਲਾ ਭੇਤ ਅਜੇ ਉਸਨੂੰ ਨਹੀਂ ਦੱਸਿਆ, ਜਿਹੜਾ ਦਿਨੋਂ ਦਿਨ ਸੁਣਦਾ ਜਾ ਰਿਹਾ ਹੈ। ਦੂਜੀ ਚਿੰਤਾ, ਜਿਹੜੀ ਪਹਿਲੀ ਨਾਲੋਂ ਵੀ ਖਤਰਨਾਕ ਹੈ, ਉਹ ਹੈ ਕੁੜੀ ਦੇ ਵਿਆਹ ਦੀ, ਖਾਸ ਕਰਕੇ ਬੀਨਾ ਦਾ ਵਿਆਹ ਦੀ। ਬੀਨਾ ਦਾ ਰਿਸ਼ਤਾ ਇੱਕ ਚੰਗੇ ਖਾਨਦਾਨੀ ਘਰ ਵਿੱਚ ਹੋ ਚੁੱਕਾ ਹੈ। ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਹੈ, ਪੰਨਾ ਲਾਲ ਦਾ ਲਹੂ ਸੁੱਕਦਾ ਜਾਂਦਾ ਹੈ। ਅੰਦਰ ਜਾ ਕੇ ਮਾਇਆ ਨੇ ਵੇਖਿਆ, ਉਹ ਸਖਤ ਘਬਰਾਇਆ ਹੋਇਆ ਮੂੰਹ ਦੇ ਮੂੰਹ ਲੰਮਾ ਪਿਆ ਸੀ। ਉਸਨੇ ਮੰਜੇ ਉੱਤੇ ਬੈਠ ਕੇ ਪਤੀ ਨੂੰ ਬਾਹੋਂ ਫੜ ਕੇ ਆਪਣੇ ਵੱਲ ਖਿੱਚਦਿਆਂ ਕਿਹਾ, ਕੀ ਗੱਲ ਹੈ ਤੁਸੀਂ? ਮਾਇਆ ਸਮਝ ਗਈ, ਜ਼ਰੂਰ ਕੋਈ ਭਾਣਾ ਵਰਤਿਆ ਜਾਂ ਵਰਤਣ ਵਾਲਾ ਹੈ। ਨਹੀਂ ਤਾਂ ਪਤੀ ਦੀਆਂ ਅੱਖਾਂ ਵਿੱਚੋਂ ਇਤਨੀ ਛੇਤੀ ਕਿਉਂ ਇਹ ਪਾਣੀ ਡੁਲਕ ਪੈਂਦਾ? ਇਸ ਤਰ੍ਹਾਂ ਤੂਫਾਨ ਆਉਣ ਤੋਂ ਪਹਿਲਾਂ ਹਵਾ ਸ਼ਾਂਤ ਹੋ ਜਾਂਦੀ ਹੈ। ਮਾਇਆ ਚੁੱਪ ਦੀ ਚੁੱਪ ਹੋ ਗਈ। ਝੱਟ ਕੁ ਉਹ ਅਡੋਲ ਬੈਠੀ ਪਤੀ ਦੀਆਂ ਅੱਖਾਂ ਵੱਲ ਤੱਕਦੀ ਰਹੀ ਤੇ ਨਾਲ ਹੀ ਜੋ ਕੁਝ ਉਸਨੇ ਸੁਣਨਾ ਹੈ ਉਸਨੂੰ ਸਹਾਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗੀ। ਫਿਰ ਉਸ ਦੀ ਪੁੱਛ ਤੋਂ ਬਿਨਾਂ ਹੀ ਪੰਨਾ ਲਾਲ ਨੇ ਇਸ ਖਾਮੋਸ਼ੀ ਨੂੰ ਤੋੜਿਆ। ਜਿੰਨੀ ਹਵਾ ਉਹ ਛਾਤੀ ਵਿੱਚ ਭਰ ਸਕਦਾ ਸੀ, ਭਰ ਕੇ ਉਸ ਨੂੰ ਖਾਲੀ ਛੱਡਦਾ ਹੋਇਆ ਬੋਲਿਆ, ਸਮਝ ਨਹੀਂ ਆਉਂਦੀ ਕਿਸਮਤ ਸਾਡੇ ਨਾਲ ਕੀ ਮਸ਼ਕਰੀਆਂ ਕਰ ਰਹੀ ਹੈ। ਤੁਸੀਂ ਗੱਲ ਤੇ ਦੱਸੋ। ਮਾਇਆ ਨੇ ਸੁਣਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਪੁੱਛਿਆ, ਹੋਇਆ ਕੀ ਹੈ? ਉਹਨਾਂ ਦੀ ਚਿੱਠੀ ਆਈ ਹੈ। ਪੰਨਾ ਲਾਲ ਨੇ ਬੇਖਿਆਲੇ ਜੇਬ ਵਿੱਚੋਂ ਇੱਕ ਪੋਸਟ ਕਾਰਡ ਕੱਢ ਕੇ ਉਸ ਦੀਆਂ ਸਤਰਾਂ 'ਤੇ ਨਜ਼ਰ ਫੇਰਨੀ ਸ਼ੁਰੂ ਕਰ ਦਿੱਤੀ। ਕਿਹਨਾਂ ਦੀ? ਮਾਇਆ ਨੇ ਕੁਝ ਡਰ ਕੇ, ਸ਼ਾਇਦ ਜਿਨ੍ਹਾਂ ਵੱਲੋਂ ਆਈ ਸੀ, ਬੁੱਝ ਕੇ ਪੁੱਛਿਆ। ਬੀਨਾ ਦੇ ਸਹੁਰਿਆਂ ਦੀ। ਬਸ ਲੱਗ ਗਿਆ ਪਤਾ। ਕਹਿੰਦਿਆਂ ਮਾਇਆ ਦੇ ਚਿਹਰੇ ਉੱਤੇ ਗੁੱਸਾ ਭਖ ਗਿਆ। ਅੱਗੇ ਹੀ ਪਿਆ ਦਿਸਦਾ ਸੀ। ਮੈਨੂੰ ਸੁਪਨੇ ਵੀ ਭੈੜੇ ਆਉਂਦੇ ਸਨ ਕਈ ਦਿਨਾਂ ਤੋਂ। ਕੀ ਲਿਖਿਆ ਸੀ? ਅਸੀਂ ਸਾਕ ਨਹੀਂ ਲੈਂਦੇ। ਜਿਉਂ ਮਾਇਆ ਬੋਲੀ ਜਾਂਦੀ, ਉਹਦੇ ਸ਼ਬਦਾਂ ਵਿੱਚ ਤਲਖੀ ਵੱਧਦੀ ਜਾ ਰਹੀ ਸੀ। ਜਵਾਨੋਂ ਕੁਝ ਕਹੇ ਬਿਨਾਂ ਹੀ ਪੰਨਾ ਲਾਲ ਨੇ ਹਾਂ ਵਿੱਚ ਸਿਰ ਹਿਲਾਇਆ। ਮਾਰੇ ਸਾਡੀ ਜੁੱਤੀ ਤੋਂ, ਕਹਿਣ ਨੂੰ ਮਾਇਆ ਕਹਿ ਰਹੀ ਸੀ। ਮਾਰੇ ਸਾਡੀ ਜੁੱਤੀ ਤੋਂ ਕਹਿਣ ਨੂੰ ਮਾਇਆ ਕਹਿ ਗਈ, ਪਰ ਉਸਦੇ ਦਿਲ ਨੂੰ ਬਰਾਬਰ ਡੋਬੂ ਪੈ ਰਹੇ ਸਨ। ਦਰਵੇਸ਼ ਬਰ ਜਾਨ ਦਰਵੇਸ਼ ਵਾਂਗ ਉਹ ਇਸ ਵੇਲੇ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਭੰਨ ਤੋੜ ਕੇ ਪੁਰਜੇ ਕਰਕੇ ਕਿਸੇ ਅਜਿਹੀ ਥਾਂ ਸੁੱਟ ਦੇਵੇ ਕਿ ਮੁੜ ਕੇ ਨਾ ਕੋਈ ਇਹੋ ਜਿਹਾ ਵਾਕ ਉਸਦੇ ਕੰਨੀ ਪਵੇ, ਨਾ ਹੀ ਉਸਦੇ ਅੰਦਰ ਆਪਣੀ ਬੱਚੀ ਦੀ ਬਦਕਿਸਮਤੀ ਬਾਰੇ ਕੋਈ ਕਸਕ ਉੱਠੇ। ਉਹ ਹੰਬਲਾ ਮਾਰ ਕੇ ਉੱਠ ਖੜੋਤੀ, ਜਿਵੇਂ ਕੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ, ਪਰ ਫਿਰ ਉਵੇਂ ਹੀ ਮੰਜੇ 'ਤੇ ਬੈਠੀ ਹੋਈ ਬੋਲੀ, ਚਲੋ ਫੇਰ ਕੀ ਹੋਇਆ? ਇੱਕ ਦਰ ਵੱਧਾ 100 ਦਰ ਖੁੱਲ੍ਹੇ। ਜਿੱਥੇ ਸਾਡੀ ਕੁੜੀ ਦੇ ਸੰਜੋਗ ਹੋਣਗੇ ਹੋ ਜਾਵੇਗਾ। ਕਦੀ ਕਿਸੇ ਦੀਆਂ ਬੈਠੀਆਂ ਰਹੀਆਂ ਨੇ, ਪਰ
ਸਾਡੇ ਲਈ ਤੇ ਸਾਰੇ ਦਰ ਬੰਦ ਹੋ ਚੁੱਕੇ ਨੇ। ਪੰਨਾ ਲਾਲ ਨੇ ਠੰਡਾ ਸਾਹ ਖਿੱਚਦਿਆਂ ਕਿਹਾ, ਹੁਣ ਤੇ ਇੱਕੋ ਮੌਤ ਦਾ ਦਰ ਖੁੱਲ੍ਹਾ ਹੈ। ਵਿੱਚੋਂ ਹੀ ਮਾਇਆ ਬੋਲੀ, ਹਰ ਵੇਲੇ ਭੈੜੀਆਂ ਜਵਾਨਾਂ ਨਾ ਕੱਢਿਆ ਕਰੋ, ਕਿਸੇ ਵੇਲੇ ਦੀ ਸੁਣੀ ਜਾਂਦੀ ਹੈ। ਮੁੰਡਿਆਂ ਦਾ ਕਿਤੇ ਕਾਲ ਨਹੀਂ ਪੈ ਗਿਆ, ਅਮੀਰ ਨਾ ਸਹੀ ਗਰੀਬ ਸਹੀ। ਪਰ ਮਾਇਆ ਦੇ ਸੀਨੇ ਵਿੱਚ ਵਰਛੀਆਂ ਵੱਜਣ ਲੱਗੀਆਂ ਜਦ ਉਸ ਨੂੰ ਖਿਆਲ ਆਇਆ, ਮੇਰੀ ਹਨੇਰੇ ਵਿੱਚ ਚਾਨਣ ਕਰਨ ਵਾਲੀ ਤੇ ਸੱਤਾਂ ਸੁਚੱਜਾਂ ਵਾਲੀ ਧੀ ਕਿਸੇ ਕੰਗਾਲ ਦੀ ਗੱਲ ਮਰਨ ਜੋਗੀ ਹੈ। ਕੀ ਲਿਖਿਆ ਨੇ ਸੁਣਾਓ ਤੇ ਸਹੀ। ਮਤੇ ਨਿਰਾਸਤਾ ਦੀ ਇਸ ਸਿਰ ਡੋਬੂ ਡੂੰਘਾਈ ਵਿੱਚ ਕੋਈ ਆਸ ਦਾ ਤਿਣਕਾ ਦਿਸ ਪਵੇ, ਇਹ ਸੋਚ ਕੇ ਮਾਇਆ ਨੇ ਪਤੀ ਨੂੰ ਚਿੱਠੀ ਸੁਣਾਉਣ ਲਈ ਕਿਹਾ। ਪਰ ਪੰਨਾ ਲਾਲ ਨੇ ਉੱਤਰ ਵਿੱਚ ਨਾ ਚਿੱਠੀ ਪੜ੍ਹੀ, ਨਾ ਹੀ ਕੋਈ ਗੱਲ ਕੀਤੀ। ਜ਼ਖਮ ਨੂੰ ਖਰੋਚ ਕੇ ਹੋਰ ਡੂੰਘਾ ਕਰਨ ਦੀ ਉਸ ਵਿੱਚ ਤਾਕਤ ਨਹੀਂ ਸੀ। ਪੋਸਟ ਕਾਰਡ ਉਸ ਦੀਆਂ ਉਂਗਲਾਂ ਵਿੱਚ ਹੌਲੀ ਹੌਲੀ ਕੰਬ ਰਿਹਾ ਸੀ ਤੇ ਮਾਇਆ ਦੀ ਨਜ਼ਰ ਹੁਣ ਪਤੀ ਵੱਲ ਹਟ ਕੇ ਚੱਪਾ ਕੁ ਕਾਗਜ਼ ਉੱਤੇ ਟਿਕੀ ਹੋਈ ਸੀ। ਇਸ ਵੇਲੇ ਕਾਕੇ ਨੂੰ ਕੁੱਛੜ ਲਈ ਬੀਣਾ ਅੰਦਰ ਆਈ ਤੇ ਮਾਂ ਨੂੰ ਕਹਿਣ ਲੱਗੀ, ਬੀਜੀ ਬਸੰਤ ਨੂੰ ਹਟਾ ਲਓ, ਦਾ ਪਿਆ ਏ। ਘੜੀ ਘੜੀ ਦਵਾਤ ਵਿੱਚ ਉਂਗਲਾਂ ਡੋਬ ਡੋਬ ਕੇ ਮੇਰੇ ਮੂੰਹ 'ਤੇ ਮਲਦਾ ਏ। ਬੀਣਾ ਦੇ ਪਤਲੇ ਚਿਹਰੇ ਉੱਤੇ ਸ਼ਾਹੀ ਧੁੰਦਲਾ ਜਿਹਾ ਦਾਗ ਸੀ, ਜਿਹੜਾ ਪੂੰਝਣ ਨਾਲ ਉਸ ਦੀਆਂ ਗੱਲਾਂ ਤੋਂ ਲੈ ਕੇ ਠੋਡੀ ਤੱਕ ਫੈਲ ਕੇ ਸੀ ਲਾਉਣ ਦੇ ਨਕਸ਼ੇ ਵਰਗਾ ਬਣ ਗਿਆ ਸੀ। ਦਾਗ ਨੇ ਉਸ ਦੇ ਭੋਲੇ ਉਜਲੇ ਚਿਹਰੇ ਨੂੰ ਹੋਰ ਵੀ ਦਿਲ ਖਿੱਚਵਾਂ ਬਣਾ ਦਿੱਤਾ ਸੀ। ਬੀਣਾ ਦੇ ਚਿਹਰੇ ਉੱਤੇ ਮੋਟੀਆਂ ਬਿਲੋਰੀਆਂ ਅੱਖਾਂ ਉਸ ਨੂੰ ਸੁੰਦਰਤਾ ਨੂੰ ਕਈ ਗੁਣਾ ਵਧਾ ਰਹੀਆਂ ਸਨ। ਇਸ ਵੇਲੇ ਉਹ ਬਾਲ ਪੁਣੇ ਦੀ ਜਵਾਨੀ ਵਿਚਲੀ ਅਵਸਥਾ ਵਿੱਚ ਸੀ। ਪਿੱਠ ਵੱਲੋਂ ਦੇਖ ਕੇ ਹੀ ਦਿਲ ਵਿੱਚ ਮਿੱਠੀ ਜਿਹੀ ਤੀਬਰਤਾ ਜਾਗ ਉੱਠਦੀ ਸੀ ਉਸ ਦਾ ਚਿਹਰਾ ਦੇਖਣ ਲਈ। ਗੋਰੀ ਗਰਦਨ ਉਸਦੇ ਪਲਮਦੀ, ਉਸਦੀ ਮੋਟੀ ਲੰਬੀ ਗੁੱਤ ਆਪਣੇ ਆਪ ਵਿੱਚ ਜਾਦੂ ਦੱਸ ਰੱਖਦੀ ਸੀ। ਹਵਾ ਜਿੰਨਾ ਸਾਦਾ ਸੀ ਓਨਾ ਹੀ ਫਬਮਾ। ਗੋਡਿਆਂ ਤੱਕ ਲੱਕ ਘੁੱਟਵੀਂ ਕਮੀਜ਼ ਤੇ ਖੁੱਲ੍ਹੀ ਪੌਂਚਿਆਂ ਵਾਲੀ ਤੋਤਾ ਰੰਗੀ ਸਲਵਾਰ ਤੋਂ ਹੇਠਾਂ ਉਸਦੇ ਕੂਲੇ ਪੈਰ ਇੰਝ ਲਿਸ਼ਕਦੇ ਸਨ ਜਿਵੇਂ ਬੱਦਲਾਂ ਹੇਠੋਂ ਪੁੰਨਿਆਂ ਦੇ ਚੰਦਰਮਾ ਦਾ ਕੁਝ ਹਿੱਸਾ ਤੱਕ ਕੇ ਚੰਨ ਦੇ ਪੂਰੇ ਆਕਾਸ਼ ਦਾ ਅਨੁਭਵ ਆਪਣੇ ਆਪ ਹੋ ਜਾਂਦਾ ਹੈ। ਜਦੋਂ ਵੀ ਉਹ ਕੋਈ ਗੱਲ ਕਰਦੀ, ਕੰਨਾਂ ਨੂੰ ਇਉਂ ਲੱਗਦੀ ਜਿਵੇਂ ਸੁਰ ਕੀਤੀ ਹੋਈ ਸਿਤਾਰ ਦੀ ਪੰਚਮ ਉੱਤੇ ਮਜਰਾਬ ਦੀ ਟੁਣਕਾਰ ਵੱਜਦੀ ਹੈ। ਉਸਦੇ ਹੱਥਾਂ ਦੀਆਂ ਪਤਲੀਆਂ ਲੰਮੀਆਂ ਉਂਗਲਾਂ ਦੇ ਸਿਰਿਆਂ ਉੱਤੇ ਪਿਆਜ਼ੀ ਰੰਗ ਦੇ ਨਹੁੰ ਡਾਢੇ ਫੱਬਦੇ ਹਨ। ਉਸ ਦੀਆਂ ਅੱਖਾਂ ਵਿੱਚ ਸੁਰਮੇ ਵਰਗੀ ਕਾਲੋ ਤੇ ਹੇਠਾਂ ਉੱਤੇ ਕੁਦਰਤੀ ਲਾਲ ਸੀ। ਜਦ ਉਹ ਬੋਲਦੀ ਤਾਂ ਉਸਦੇ ਚਿੱਟੇ ਦੰਦਾਂ ਦੀ ਪਲਾਂਘ ਇੱਕ ਸੀਤਲ ਜਿਹਾ ਅਸਰ ਪਾਉਂਦੀ ਸੀ। ਕਿਸੇ ਵੇਲੇ ਜਦ ਹੈਰਾਨੀ ਜਾਂ ਡੂੰਘੀ ਸੋਚ ਦੀ ਹਾਲਤ ਵਿੱਚ ਹੁੰਦੀ ਤਾਂ ਉਸਦੀਆਂ ਲੰਬੀਆਂ ਝੀਮਣੀਆਂ ਹੇਠ ਦੋ ਚਮਕਦਾਰ ਅੱਖਾਂ ਕੱਚੀਆਂ ਜਾਂਦੀਆਂ ਸਨ। ਗੱਲਾਂ ਕਰਦੀ ਹੋਈ ਉਹ ਅਕਸਰ ਅੱਖਰ ਬੋਲਣ ਲੱਗੀ ਜਰਾ ਕੁ ਥੱਥਿਆ ਜਾਂਦੀ ਸੀ। ਕਿਸੇ ਹੋਰ ਹਾਲਤ ਵਿੱਚ ਭਾਵੇਂ ਲੱਗਦਾ ਸੀ ਕਿ ਸੁਣਨ ਵਾਲੇ ਨੂੰ ਉਸਦੇ ਹੋੜ ਹਿਥਾਥਣ ਦੀ ਤੀਬਰਤਾ ਪੈਦਾ ਹੋ ਜਾਂਦੀ। ਉਸ ਦੇ ਨੱਕ ਦੀ ਘੋੜੀ ਉੱਤੇ ਖੱਬੇ ਪਾਸੇ ਤਿਲ ਦਾ ਨਿੱਕਾ ਜਿਹਾ ਨਿਸ਼ਾਨ ਸੀ, ਜਿਹੜਾ ਹਰ ਇੱਕ ਨਜ਼ਰ ਨੂੰ ਖਿੱਚ ਜਾਂਦਾ ਸੀ। ਅੱਜ ਦਾ ਨਾਵਲ ਇੱਥੇ ਤੱਕ। ਇਸ ਦਾ ਅਗਲਾ ਪਾਰਟ ਅਸੀਂ ਬਹੁਤ ਹੀ ਜਲਦੀ ਲੈ ਕੇ ਆਵਾਂਗੇ। ਨਾਵਲ ਪਸੰਦ ਆਵੇ ਤਾਂ ਇਸ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ। ਧੰਨਵਾਦ।